प्रोग्राम खबरसर देख रहे दर्शकों का स्वागत। मैं हाँ कमलजीत सिद्धू ते तुसी देख रहे हो वन वे टीवी। पंजाबी दे विच पंजाबी ही फेल हो जावे ते इस तो वड्डी नमोशी की गल की हो सकती है। पर हुण अजिहा ही होया आ, की आखीए किहनूं आखीए ते किंज आखीए कि राणीए अग्गा ढक कि नौकरी की प्रीखिया हुई है। उस प्रीखिया दे विचों इन्नी वड्डी तादाद विच उम्मीदवारां दा अपनी ही माँ बोली विचों फेल हो जाना, वो भी पंजाब दे विच, ते इस तो वड्डी लानत की हो सकती है। सीनियर पत्रकार चरणजीत भुल्लर होरां दी रिपोर्ट आ, उस दे मुताबक रिपोर्ट पढ़ के ये गल मूँहों निकलती है कि हनेर साईं दा ये की होई जांदा आ। असीं पहलां ये बोलदे हुंदे सीगे, वाकई हनेर साईं दा आ कि जिस इलाके की जुबान है उस इलाके की जुबान दे विच उत्थों दे ही जम्मे पड़े जिहड़े आ उस बोली दे विच फेल हो जाण तो फिर इहनूं तुसीं की आखोगे। इहनूं यही कहा जा सकता है कि जिहड़े कुछ वरे पहलां कंडे बीजे सन कि पहली भाषा दे वजों पंजाबी दे नाल जिहड़ी अंग्रेज़ी अड़ा दित्ती गई सीगी, इस वजह करके ते ਉਹ एक खमियाजा जिहड़ा अज ਉਹਦੇ सिट्टे साडे सामने आ रहा, ਇਹਦੇ ਵਿੱਚ कोई दो राय नहीं गी। आबाकारी ਅਤੇ ਕਾਰ इंस्पैक्टरां ਦੀ भर्ती वास्ते हुई लिखती ਪ੍ਰੀਖਿਆ ਦੇ ਵਿੱਚੋਂ करीब 38% उम्मीदवार ਜਿਹੜੇ ਨੇ ਉਹ ਪੰਜਾਬੀ ਦੀ ਪ੍ਰੀਖਿਆ 'ਚ ਹੀ ਫੇਲ ਹੋ ਗਏ ਆ। ਲਿਖਤੀ ਪ੍ਰੀਖਿਆ ਦਾ ਇਹ ਨਤੀਜਾ ਆਪਣੀ ਹੀ ਜ਼ਮੀਨ ਤੇ ਮਾਤ ਭਾਸ਼ਾ ਦੀ ਜ਼ਮੀਨੀ ਸੱਚ ਦੀ ਜਿਹੜੀ ਤਸਵੀਰ ਆ ਉਹਨੂੰ ਪੇਸ਼ ਕਰਦਾ ਆ। ਅਧੀਨ ਸੇਵਾਵਾਂ ਚੋਣ ਬੋਰਡ SS ਬੋਰਡ ਵੱਲੋਂ ਆਬਾਕਾਰੀ ਅਤੇ ਕਾਰ ਇੰਸਪੈਕਟਰਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਲਈ ਗਈ ਸੀ, ਜਿਸ ਵਿੱਚ ਪੰਜਾਬੀ विषय की ਪ੍ਰੀਖਿਆ भी शामिल सी ਅਤੇ घट तो घट 50% अंक लैने लाजमी सन। वेरवे अनुसार आबाकारी ਅਤੇ ਕਾਰ इंस्पैक्टरां की लिखती ਪ੍ਰੀਖਿਆ ਦੇ ਵਿੱਚ 36,836 उम्मीदवार बैठे सन, जिन्हां विचों 22,957 उम्मीदवारां ने ਪ੍ਰੀਖਿਆ पास की। इस ਪ੍ਰੀਖਿਆ ਦੇ ਵਿੱਚੋਂ 13,879 उम्मीदवार पंजाबी 'ਚ फेल हो गए, जिन्हां ਦੀ ਦਰ 37.67% ਬਣਦੀ ਹੈ। ਪੰਜਾਬੀ 'ਚੋਂ फेल ਹੋਣ ਕਰਕੇ ਇਹ ਉਮੀਦਵਾਰ ਆਬਾਕਾਰੀ ਅਤੇ ਕਾਰ ਇੰਸਪੈਕਟਰ ਦੀ ਸੂਚੀ ਵਿੱਚ ਹੀ ਸ਼ਾਮਲ ਨਹੀਂ ਹੋ ਸਕੇ। ਦੇਖੋ ਇਸ ਤੋਂ ਵੱਡੇ ਹੋਰ ਕੀ ਗੱਲ ਸਾਹਮਣੇ ਨਿਕਲ ਕੇ ਆਊਗੀ ਕਿ 50% ਆਪਦੀ ਮਾਂ ਬੋਲੀ ਵਿੱਚੋਂ ਹੀ ਤੁਸੀਂ ਮਤਲਬ ਅੰਕ ਨਹੀਂ ਲੈ ਸਕੇ ਤੇ ਹੋਰ ਤੁਸੀਂ ਕਰੋਗੇ ਕੀ। ਇੱਥੇ ਹੁਣ ਜਿਹੜੀ ਗੱਲ ਕਰਨੀ ਬਣਦੀ ਹੈ ਕਿ ਜਿਹੜਾ ਸਾਨੂੰ ਚਾਅ ਕੁੱਦਿਆ ਗਿਆ ਸੀ, ਉਹ ਬਈ ਅੰਗਰੇਜ਼ ਤਾਂ ਇੱਥੋਂ ਗਏ ਸੀਗੇ ਤੇ ਉਸ ਜ਼ਮਾਨੇ 'ਚ ਵੀ ਸਾਡੇ ਵੱਡ ਵਡੇਰੇ ਸਾਡੇ ਬਾਬੇ ਦਾਦੇ ਜਿਹੜੇ ਸੀਗੇ, ਜਿਹੜੇ ਉਸ ਜ਼ਮਾਨੇ 'ਚ ਪੜ੍ਹ ਲਿਖ ਗਏ ਸੀ, ਉਹਨਾਂ ਨੇ ਤਾਂ ਅੰਗਰੇਜ਼ੀ ਉਦੋਂ ਵੀ ਪੜ੍ਹ ਲਈ ਸੀ ਔਰ ਬਹੁਤ ਸੋਹਣੀ ਪੜ੍ਹ ਲਈ ਸੀਗੀ, ਔਰ ਉਹ ਅੰਗਰੇਜ਼ੀ ਵਿੱਚ ਸਾਡੇ ਨਾਲੋਂ ਜ਼ਿਆਦਾ ਮਹਾਰਤ ਰੱਖਦੇ ਸੀਗੇ। ਇਹ ਪਤਾ ਨਹੀਂ ਕਿਹੜਿਆਂ ਨੇ ਤਿਕੜਮਬਾਜ਼ੀ ਲੜਾਈ, ਬਹੁਤੇ ਵੱਡੇ ਜਿਹੜੇ ਸਿੱਖਿਆ ਮਾਹਰ ਬਣੇ ਜਾਂ ਨੀਤੀਆਂ ਘਾੜੇ ਬਣੇ, ਜਿਨ੍ਹਾਂ ਨੇ ਉੱਠ ਕੇ ਇਹ ਕਹਿ ਦਿੱਤਾ, ਕਿਉਂਕਿ ਅਸੀਂ ਇੱਕ ਦੌਰ ਉਹ ਦੇਖਿਆ ਪੰਜਾਬ ਦਾ ਜਿੱਥੋਂ ਪ੍ਰਾਇਮਰੀ ਦੇ ਵਿੱਚ ਪਹਿਲੀ ਜਿਹੜੀ ਮਾਂ ਬੋਲੀ ਦੇ ਰੂਪ ਦੇ ਵਿੱਚ ਮਾਦਰੀ ਜ਼ੁਬਾਨ ਜਿਹੜੀ ਪੜ੍ਹਾਈ ਜਾਂਦੀ ਸੀ। ਵੈਸੇ ਵੀ ਕਿਸੇ ਵੀ ਕੌਮ ਦੇ ਵਿੱਚ, ਕਿਸੇ ਵੀ ਮੁਲਕ ਦੇ ਵਿੱਚ ਜੇ ਉੱਥੋਂ ਦੇ ਬੱਚਿਆਂ ਨੂੰ ਸਹੀ ਅਰਥਾਂ ਦੇ ਵਿੱਚ ਤੁਸੀਂ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਤਾਂ ਪਹਿਲੀ ਜਿਹੜੀ ਮੁੱਢਲੀ ਸਿੱਖਿਆ ਹੁੰਦੀ ਆ ਉਹਨਾਂ ਦੀ ਆਪਣੀ ਮਾਦਰੀ ਜ਼ੁਬਾਨ ਦੇ ਵਿੱਚ ਦਿੱਤੀ ਜਾਂਦੀ ਆ, ਉਹਨਾਂ ਦੀ ਆਪਦੀ ਮਾਂ ਬੋਲੀ ਵਿੱਚ ਦਿੱਤੀ ਜਾਂਦੀ ਹੈ। ਪਰ ਸਾਡੇ ਤਾਂ ਇੱਥੇ ਹੋਇਆ ਹੀ ਇਹ ਹੈ ਕਿ ਮਾਦਰੀ ਜ਼ੁਬਾਨ ਜਿਹੜੀ ਸੀਗੀ ਉਹਨੂੰ ਦਰਕਨਾਰ ਕਰਦੇ ਹੋਏ ਨਾਲ ਤਾਂ ਹਿੰਦੀ ਨੂੰ ਲਿਆਂਦਾ, ਨਾਲ ਹੀ ਵਿੱਚ ਅੰਗਰੇਜ਼ਾਂ ਦੀ ਜ਼ੁਬਾਨ ਅੰਗਰੇਜ਼ੀ ਘਸੋੜ ਦਿੱਤੀ। ਬੱਚਾ ਜਿਹੜਾ ਆ ਪਹਿਲੇ ਮੁੱਢਲੀ ਉਮਰ ਦੇ ਜਿਹੜੇ 5 ਸਾਲ ਆ, ਜੇ ਉਹਨੂੰ ਉਹਦੀ ਮਾਂ ਬੋਲੀ ਦੇ ਵਿੱਚ ਹੀ ਸਿੱਖਿਆ ਦਿੱਤੀ ਜਾਵੇ ਤਾਂ ਉਹ ਬੱਚੇ ਦਾ ਮੁੱਢ ਮਜ਼ਬੂਤ ਹੁੰਦਾ, ਦਿਮਾਗੀ ਤੌਰ ਦੇ ਉੱਤੇ ਮਜ਼ਬੂਤ ਹੁੰਦਾ ਆ, ਉਹ ਵਿਕਸਿਤ ਹੁੰਦਾ। ਤੇ ਆਮ ਤੌਰ ਦੇ ਉੱਤੇ ਸਾਡੇ ਇੱਥੇ ਲੋਕਾਂ ਨੂੰ ਬਹੁਤਾ ਜਿਹੜਾ ਡਰ ਅੰਗਰੇਜ਼ੀ ਦਾ ਹੀ ਬਣਿਆ ਰਿਹਾ ਆ, ਹੁਣ ਵੀ ਬਣਿਆ ਰਿਹਾ ਆ। ਹੁਣ ਵੀ ਸਾਡੇ ਪਿੰਡਾਂ ਦੇ ਜਵਾਕ ਬਹੁਤ ਅੰਗਰੇਜ਼ੀ ਨਹੀਂ ਪੜ੍ਹਦੇਗੇ ਤੇ ਬਾਹਰ ਜਾਣ ਵੇਲੇ ਜਿਹੜੇ ਬਹੁਤੇ ਬਾਹਰ ਜਾ ਕੇ ਵੀ ਅੜਦੇ ਆ, ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਉਹ ਇਸ ਕਰਕੇ ਵੀ ਉੱਧਰ ਮਾਰ ਖਾ ਜਾਂਦੇ ਆ, ਇਸ ਕਰਕੇ ਉੱਧਰ ਜਾ ਕੇ ਵੀ ਉਹ ਕਾਮਯਾਬ ਨਹੀਂ ਹੁੰਦੇ। ਪਰ ਕਹਿੰਦੇ ਆ ਕਾਮਯਾਬੀ ਉਦੋਂ ਮਿਲਦੀ ਹੈ ਜਦੋਂ ਆਪਦੀ ਜ਼ੁਬਾਨ ਦੇ ਵਿੱਚ ਵੀ ਤੁਹਾਡੀ ਜਿਹੜੀ ਆ ਪੜ੍ਹਾਈ ਹੋਊ। ਜੇ ਤੁਸੀਂ ਆਪਦੀ ਜ਼ੁਬਾਨ ਦੇ ਵਿੱਚ ਪੱਕੇ ਨਹੀਂ ਗੇ, ਤੁਹਾਡੇ ਨਾਲ ਜਿਹੜੀ ਅੰਗਰੇਜ਼ੀ ਵੜ ਦਿੱਤੀ ਗਈ ਹੈ, ਤੁਸੀਂ ਉਹਦੇ ਵਿੱਚ ਕਿਵੇਂ ਪੱਕੇ ਹੋ ਸਕਦੇ ਹੋ। ਇੱਥੇ ਤਾਂ ਆਹ ਹਾਲ ਆ ਕਿ ਆਹ ਖੁਲਾਸਾ ਜਿਹੜਾ ਆ ਸਾਹਮਣੇ ਹੋਇਆ, ਜਿਹੜਾ ਵਾਕਈ ਹੈਰਾਨ ਕਰ ਦੇਣ ਵਾਲਾ ਆ। ਹੁਣ ਅੱਜ ਸੋਚਣ ਦੀ ਲੋੜ ਹੈ ਕਿ ਉਹ ਜਿਹੜੇ ਕੰਡੇ ਬੀਜ ਕੇ ਗਏ ਆ ਲੀਡਰ,
ਜਿਹੜੇ ਉਹ ਮਾਹਰ ਕੰਡੇ ਬੀਜ ਕੇ ਗਏ ਆ ਪੰਜਾਬ ਦੇ ਵਿੱਚ, ਉਹਦਾ ਹੁਣ ਇਸ ਪੀੜ੍ਹੀ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਆ। ਘੱਟੋ ਘੱਟ ਇਸ ਗੱਲ ਨੂੰ 24-25 ਸਾਲ ਦੇ ਮਰਹਲੇ ਦੇ ਵਿੱਚ ਹੀ ਜਿਹੜੀਆਂ ਸਰਕਾਰਾਂ ਆਈਆਂ ਤੇ ਜਿਹੜੇ ਸਰਕਾਰਾਂ ਦੇ ਨੁਮਾਇੰਦਿਆਂ ਨੇ ਇਹ ਕੀਤਾ ਆ, ਉਹ ਕੁਝ ਵੀ ਲੁਕਾਉਣ ਦੀ ਲੋੜ ਨਹੀਂਗੀ। ਅੱਜ ਉਹਨਾਂ ਦੇ ਇਹ ਜਿਹੜੇ ਬੀਜੇ ਹੋਏ ਆ ਨਾ ਫਲ, ਤੇ ਉਹਦਾ ਹੁਣ ਜਿਹੜਾ ਖਮਿਆਜ਼ਾ ਆ ਉਹ ਸਾਨੂੰ ਭੁਗਤਣਾ ਪੈ ਰਿਹਾ। ਅੱਜ ਉਹ ਸਾਡੇ ਸਾਹਮਣੇ ਪ੍ਰਤੱਖ ਰੂਪ ਦੇ ਵਿੱਚ ਆ ਗਿਆ। ਬਹੁਤ ਦੁੱਖ ਹੁੰਦਾ ਕਿ ਜਦੋਂ ਆਪਦੀ ਹੀ ਮਾਂ ਬੋਲੀ ਪੰਜਾਬੀ ਦੇ ਵਿੱਚ ਕੋਈ ਇਸ ਤਰੀਕੇ ਫੇਲ ਹੋ ਜਾਵੇ ਕਿ 50% ਅੰਕ ਵੀ ਨਾ ਲੈ ਸਕੇ। ਇਸ ਨੂੰ ਲੈ ਕੇ ਜਿਹੜੇ ਆ ਉਹ ਸਵਾਲ ਖੜੇ ਹੁੰਦੇ ਆ। ਪ੍ਰੀਖਿਆ ਦੇ ਨਤੀਜੇ ਹੈਰਾਨ ਕਰ ਦੇਣ ਵਾਲੇ ਆ, ਜਿਸ ਵਿੱਚ 46 ਉਮੀਦਵਾਰ ਜਿਹੜੇ ਸੀਗੇ ਉਹ ਅਜਿਹੇ ਸਨ ਜਿਹੜੇ 25 ਅੰਕ ਲੈਣ ਦੀ ਬਜਾਏ ਸਿਰਫ 1 ਤੋਂ 10 ਅੰਕ ਹੀ ਹਾਸਲ ਕਰ ਸਕੇ। ਲਓ ਹੋਰ ਸੁਣ ਲਓ। ਤੇ ਇਸ ਤਰ੍ਹਾਂ 3678 ਉਮੀਦਵਾਰ ਜਿਹੜੇ ਸੀ 11 ਤੋਂ 20 ਅੰਕ ਲੈ ਸਕੇ। ਕਰੀਬ 10,152 ਉਮੀਦਵਾਰਾਂ ਦੇ ਅੰਕ 20 ਤੋਂ 25 ਅੰਕਾਂ ਦੇ ਦਰਮਿਆਨ ਰਹੇ। ਆਬਾਕਾਰੀ ਅਤੇ ਕਾਰ ਇੰਸਪੈਕਟਰ ਦੀ ਪ੍ਰੀਖਿਆ ਦੇਣ ਵਾਲਿਆਂ ਵਿੱਚ 19,457 ਲੜਕੀਆਂ ਸ਼ਾਮਲ ਆ। ਇਸੇ ਤਰ੍ਹਾਂ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਸਟੈਨੋਟਾਈਪਿਸਟ ਦੀਆਂ ਅਸਾਮੀਆਂ ਵਾਸਤੇ ਲਿਖਤੀ ਪ੍ਰੀਖਿਆ ਵਿੱਚ 4,627 ਉਮੀਦਵਾਰ ਬੈਠੇ ਆ, ਜਿਨ੍ਹਾਂ ਚੋਂ 20.38% ਉਮੀਦਵਾਰ ਜਿਹੜੇ ਆ ਉਹ ਪੰਜਾਬੀ ਚੋਂ ਫੇਲ ਹੋ ਗਏ ਆ। ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਲਈ ਹੋਈ ਪ੍ਰੀਖਿਆ ਦੇ ਵਿੱਚੋਂ 9.20% ਉਮੀਦਵਾਰ ਪੰਜਾਬੀ ਚੋਂ ਫੇਲ ਹੋਏ ਆ। ਤੇ ਲਾਈਵ ਸਟਾਕ ਸੁਪਰਵਾਈਜ਼ਰ ਦੇ ਵਾਸਤੇ ਹੋਈ ਲਿਖਤੀ ਪ੍ਰੀਖਿਆ ਵਿੱਚੋਂ 6% ਉਮੀਦਵਾਰ ਪੰਜਾਬੀ ਚੋਂ ਪਾਸ ਨਹੀਂ ਹੋ ਸਕੇ। ਇੱਦਾਂ ਦੇ ਰੁਝਾਨ ਦੇਖ ਕੇ ਪੰਜਾਬ ਸਰਕਾਰ ਨੂੰ ਚੌਕਸ ਹੋਣ ਦੀ ਲੋੜ ਹੈ। ਹਾਲਾਂਕਿ ਇਹਨਾਂ ਉਮੀਦਵਾਰਾਂ ਨੇ ਗ੍ਰੈਜੂਏਸ਼ਨ ਵਿੱਚ ਪੰਜਾਬੀ ਪੜ੍ਹੀ ਹੋਈ ਸੀ ਤੇ ਇੱਥੇ ਕਮੀ ਰਹੀ ਹੈ ਕਿ ਇਸ ਦੀ ਘੋਖ ਹੋਣੀ ਚਾਹੀਦੀ ਹੈ। ਇੱਥੇ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਕਹਿਣੀ ਚਾਹੂੰਗਾ ਕਿ ਅੱਜ ਕੱਲ੍ਹ ਪੜ੍ਹੇ ਲਿਖੇ ਅਨਪੜ੍ਹ ਬਹੁਤ ਜ਼ਿਆਦਾ ਆ। ਪੜ੍ਹੇ ਲਿਖੇ ਅਨਪੜ੍ਹ ਜਦੋਂ ਅਸੀਂ ਪਿੰਡਾਂ ਦੇ ਵਿੱਚ ਹੁੰਦੇ ਸੀਗੇ ਤਾਂ ਸਾਡੇ ਜਿਹੜੇ ਅਨਪੜ੍ਹ ਸੀ ਉਹ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਸੀਗੇ। ਉਹਨਾਂ ਅਨਪੜ੍ਹਾਂ ਦੇ ਕੋਲੋਂ ਤੁਸੀਂ ਹੀਰ ਦੇ ਛੰਦ ਸੁਣ ਸਕਦੇ ਸੀਗੇ। ਹੀਰ ਵਾਰਿਸ ਸ਼ਾਹ, ਕਈਆਂ ਨੂੰ ਉਹੀ ਜਵਾਨੀ ਯਾਦ ਆਉਂਦਾ ਹੁੰਦਾ ਸੀ। ਮਹਾਰਾਜ ਦੀ ਬਾਣੀ ਦੇ ਸਲੋਕਾਂ ਦੀ ਗੱਲ ਕਰ ਲਈਏ, ਉਹਨਾਂ ਨੂੰ ਜਵਾਨੀ ਯਾਦ ਹੁੰਦੇ ਸੀਗੇ। ਉਹਨਾਂ ਨੂੰ ਬਾਬੇ ਫਰੀਦ ਤੋਂ ਲੈ ਕੇ ਤੇ ਭਗਤ ਕਬੀਰ ਜੀ ਦੇ ਸਲੋਕ ਉੱਦਾਂ ਹੀ ਯਾਦ ਹੁੰਦੇ ਸੀਗੇ। ਉਹਨਾਂ ਨੂੰ ਬਾਣੀ ਦੇ ਵਿੱਚੋਂ ਤੁਕਾਂ ਆਮ ਹੀ ਰੱਟੀਆਂ ਪਈਆਂ ਹੁੰਦੀਆਂ ਸੀਗੀਆਂ। ਪਰ ਜੇ ਕਦੇ ਉਹਨਾਂ ਦੀ ਪੜ੍ਹਾਈ ਪੁੱਛ ਲਈਦੀ ਸੀ ਤੇ ਹੈਰਾਨੀ ਹੁੰਦੀ ਸੀ ਕਿ ਉਹ ਤਾਂ ਪੜ੍ਹੇ ਲਿਖੇ ਹੀ ਨਹੀਂ ਗੇ, ਉਹ ਤਾਂ ਅਨਪੜ੍ਹ ਆ। ਤੇ ਸਮਾਜ ਜਦੋਂ ਪੜ੍ਹਾਉਂਦਾ ਸੀਗਾ, ਜਦੋਂ ਸਮਾਜ ਤੋਂ ਉਹ ਸਿੱਖਦੇ ਸੀਗੇ, ਜਦੋਂ ਬੱਚਿਆਂ ਦੇ ਕੰਨਾਂ ਦੇ ਵਿੱਚ ਬਜ਼ੁਰਗ ਸਿਆਣੇ ਤੇ ਆਸੇ-ਪਾਸੇ ਸਮਾਜ ਦੇ ਉਹ ਸੁਹਿਰਦ ਨੇਕਸੀਰਤ ਲੋਕ ਉਹਨਾਂ ਦੇ ਕੰਨ ਬਲੇਲਾ ਪਾ ਦਿੰਦੇ ਸੀਗੇ ਤੇ ਉਹ ਫਿਰ ਅਗਲੀ ਜਿਹੜੀ ਪੀੜ੍ਹੀ ਆ ਉਹ ਭੁੱਲਦੀ ਨਹੀਂ ਸੀ ਹੁੰਦੀ। ਹੁਣ ਇਹ ਕੰਨ ਬਲੇਲਾ ਪਾਉਣ ਵਾਲੀ ਜਿਹੜੀ ਪੀੜ੍ਹੀ ਹੈ ਨਾ, ਉਹ ਪੀੜ੍ਹੀ ਖਤਮ ਹੋ ਗਈ ਆ। ਉਹ ਪੀੜ੍ਹੀ ਹੁਣ ਕੀ ਆਖੇ, ਕਿਉਂਕਿ ਉਸ ਪੀੜ੍ਹੀ ਦੀ ਤਾਂ ਹੁਣ ਨਵੀਂ ਪੀੜ੍ਹੀ ਸੁਣਨ ਨੂੰ ਜਿਹੜੀ ਆ ਉਵੇਂ ਹੀ ਚਾਲੂ ਹੋ ਗਈ। ਉਹਨਾਂ ਨੂੰ ਸੁਣਨਾ ਹੀ ਨਹੀਂ ਚਾਹੁੰਦੀ, ਉਹਨਾਂ ਦੀਆਂ ਗੱਲਾਂ ਹੀ ਭੁਲਾ ਦਿੱਤੀਆਂ ਗਈਆਂ। ਤੇ ਫਿਰ ਇਹ ਕਿਵੇਂ ਸਿੱਖਣਗੇ? ਇਸ ਕਰਕੇ ਹੁਣ ਦੇ ਜਿਹੜੇ ਪੜ੍ਹੇ ਲਿਖੇ ਆ ਉਹ ਜਾਹਿਲ ਹੋ ਗਿਆ, ਕਿਉਂਕਿ ਇਹਨਾਂ ਕੋਲੇ ਬਜ਼ੁਰਗਾਂ ਦੀਆਂ ਕਹਾਣੀਆਂ ਨਹੀਂ ਆ, ਇਹਨਾਂ ਕੋਲੇ ਉਹ ਲੋਕ ਕਥਾਵਾਂ ਨਹੀਂ ਹੈਗੀਆਂ, ਉਹ ਗੀਤ ਨਹੀਂ ਹੈਗੇ। ਚਾਹੇ ਉਹ ਮੁੰਡਾ ਆ ਚਾਹੇ ਉਹ ਕੁੜੀ ਆ, ਅੱਜ ਦੇ ਪੰਜਾਬ ਦੀ ਤਰਾਸਦਿਕ ਸਥਿਤੀ ਇਹ ਬਣੀ ਹੋਈ ਹੈ। ਤੇ ਇਸ ਕਰਕੇ ਜਦੋਂ ਵੀ ਕੋਈ ਕੌਮ, ਉਸ ਦੇ ਬੱਚੇ, ਉਸ ਦੀ ਨੌਜਵਾਨ ਪੀੜ੍ਹੀ ਆਪਣੇ ਮੂਲ ਨਾਲੋਂ, ਜੜ੍ਹਾਂ ਨਾਲੋਂ ਟੁੱਟਦੀ ਹੈ ਤੇ ਉਹ ਆਪਦੇ ਨਾਲ ਬਹੁਤ ਕੁਛ ਦਾ ਨੁਕਸਾਨ ਕਰ ਜਾਂਦੀ ਹੈ ਤੇ ਬਹੁਤ ਕੁਛ ਗਵਾ ਜਾਂਦੀ ਹੈ। ਚਾਹੇ ਉਹ ਹੁਣ ਆਪਣੇ ਮੁਲਕ ਦੇ ਵਿੱਚ ਰਹਿਣ ਵਾਲੇ ਵਿਦਿਆਰਥੀ ਹੋਣ, ਮੁੰਡੇ ਕੁੜੀਆਂ, ਤੇ ਚਾਹੇ ਉਹ ਵਿਦੇਸ਼ਾਂ 'ਚ ਗਏ, ਉਹਨਾਂ ਨੇ ਤਾਂ ਟੁੱਟਣਾ ਹੀ ਟੁੱਟਣਾ, ਉਹਨੂੰ ਤਾਂ ਪਤਾ ਹੀ ਕੱਖ ਨਹੀਂ। ਹੁਣ ਦੇ ਕਿਸੇ ਮੁੰਡੇ ਕੁੜੀ ਨੂੰ ਤੁਸੀਂ ਕੋਈ ਸਾਹਿਤ ਵਿੱਚੋਂ ਗੱਲ ਪੁੱਛ ਕੇ ਦੇਖ ਲਓ, ਤੁਸੀਂ ਉਹਨਾਂ ਨੂੰ ਚੰਦ ਸਾਹਿਤਕਾਰਾਂ ਦੇ ਨਾਂ ਹੀ ਪੁੱਛ ਕੇ ਦੇਖ ਲਓ ਵੀ ਪੰਜਾਬੀ ਦੇ ਜਿਹੜੇ ਸੂਫੀ ਸਾਹਿਤਕਾਰ ਆ ਉਹ ਕੌਣ ਸੀਗੇ, ਆਧੁਨਿਕ ਯੁੱਗ ਦੇ ਸਾਹਿਤਕਾਰ ਕੌਣ ਸੀਗੇ, ਅੱਜ ਦੇ ਯੁੱਗ ਦੇ ਵਿੱਚ ਜਿਹੜੇ ਆ ਹੁਣ ਕਿਹੜੇ ਕਵੀ ਸ਼ਾਇਰ ਚੱਲਦੇ ਪਏ ਆ, ਜਾਂ ਫਿਰ ਉਹਨਾਂ ਨੂੰ ਕਿਸੇ ਚੰਗੀ ਕਿਤਾਬ ਬਾਰੇ ਪੁੱਛ ਲਓ। ਮੈਨੂੰ ਨਹੀਂ ਲੱਗਦਾ ਕਿ ਕੁਛ ਆਟੇ 'ਚ ਲੂਣ ਦੇ ਬਰਾਬਰ ਨਵੀਂ ਪੀੜ੍ਹੀ ਦੇ ਜਿਹੜੇ ਬੱਚੇ ਆ ਉਹਨਾਂ ਦੇ ਵਿੱਚੋਂ ਕੋਈ ਦੱਸਣ ਵਾਲਾ ਹੋਵੇ। ਨਹੀਂ ਤਾਂ ਬਾਕੀਆਂ ਦਾ ਉਹੀ ਭਾਂਡਾ ਖਾਲੀ ਹੈ ਇਸ ਮਾਮਲੇ ਦੇ ਵਿੱਚ, ਕਿਉਂਕਿ
ਝੋਲੀ ਦੇ ਵਿੱਚ ਜੇ ਵਿਰਸੇ 'ਚ ਕੁਝ ਪਿਆ ਹੋਊਗਾ ਤੇ ਅਸੀਂ ਅੱਗੇ ਦੱਸਾਂਗੇ, ਜੇ ਸਾਡੀਆਂ ਝੋਲੀਆਂ ਹੀ ਖਾਲੀ ਆ ਤੇ ਅਸੀਂ ਕਿਹਨੂੰ ਦੱਸੀਏ। ਇਸ ਕਰਕੇ ਇਹ ਜਿਹੜੀ ਝੋਲੀ ਸੱਖਣੀ ਹੋਈ ਹੈ ਨਾ, ਇਹਦੇ ਪਿੱਛੇ ਸਾਡੀਆਂ ਕਿਤੇ ਸਰਕਾਰਾਂ ਦਾ ਵੀ ਅਹਿਮ ਰੋਲ ਹੈ, ਸਾਡੇ ਸਮਾਜ ਦਾ ਵੀ ਰੋਲ ਹੈ, ਤੇ ਇਸ ਤੋਂ ਇਲਾਵਾ ਜਿਹੜੀ ਪੰਜਾਬੀ ਵਿਰੋਧੀ ਲਾਬੀ ਆ ਉਹਨਾਂ ਦਾ ਵੀ ਇੱਕ ਵੱਡਾ ਇਹਦੇ ਵਿੱਚ ਰੋਲ ਹੈ। ਇੱਥੇ ਪੰਜਾਬੀ ਯੂਨੀਵਰਸਿਟੀ ਦੇ ਡੀਨ ਭਾਸ਼ਾਵਾਂ ਜਿਹੜੇ ਨੇ ਰਜਿੰਦਰਪਾਲ ਸਿੰਘ ਬਰਾੜ ਇਸ ਨਤੀਜੇ ਨੂੰ ਪੰਜਾਬੀ ਲਈ ਸ਼ੁਭ ਦੱਸ ਰਹੇ ਆ। ਉਹਨਾਂ ਕਿਹਾ ਕਿ ਇਸ ਨਤੀਜੇ ਵਿੱਚ ਜਿਹੜੇ ਪੰਜਾਬੀ 'ਚੋਂ ਪਾਸ ਹੋਏ ਨੇ ਉਹਨਾਂ ਦਾ ਹੀ ਪੰਜਾਬ ਵਿੱਚ ਨੌਕਰੀ ਤੇ ਹੱਕ ਬਣਦਾ ਆ। ਜਿਨ੍ਹਾਂ ਨੂੰ ਪੰਜਾਬ ਦੀ ਜ਼ਮੀਨੀ ਹਕੀਕਤ ਦਾ ਹੀ ਪਤਾ ਨਹੀਂ, ਉਹਨਾਂ ਦਾ ਪੰਜਾਬੀ 'ਚੋਂ ਫੇਲ ਹੋਣਾ ਇੱਕ ਤਰੀਕੇ ਨਾਲ ਪੰਜਾਬ ਦਾ ਭਲਾ ਹੀ ਹੈ। ਇਸ ਪੱਖੋਂ ਪੰਜਾਬ ਸਰਕਾਰ ਨੂੰ ਸ਼ਾਬਾਸ਼ ਦੇਣੀ ਬਣਦੀ ਹੈ। ਹੁਣ ਦੇਖੋ ਕੀ ਆਖੀਏ, ਕਿਹੜੀ ਸ਼ਾਬਾਸ਼ੀ ਆ, ਕਿਹੜੇ ਪਾਸੇ ਨੂੰ ਅਸੀਂ ਤੁਰੇ ਜਾ ਰਹੇ ਹਾਂ, ਇਹ ਕੀ ਹੋਇਆ ਆ। ਪੰਜਾਬੀ ਦੇ ਨਾਲ ਪੰਜਾਬੀ ਦੇ ਘਰ ਦੇ ਵਿੱਚ ਹੀ ਇੱਕ ਤਰ੍ਹਾਂ ਮਜ਼ਾਕ ਹੋ ਗਿਆ ਹੈ। ਇਹ ਮਜ਼ਾਕ ਨਹੀਂ ਤਾਂ ਹੋਰ ਕੀ ਹੈ। ਇੱਥੇ ਤਾਂ ਪੰਜਾਬੀ ਦੇ ਵਿੱਚ ਇੰਨੇ ਕੁ ਅੰਕ ਲੈ ਕੇ ਪਾਸ ਹੋਣਾ ਚਾਹੀਦਾ ਸੀਗਾ ਕਿ ਇੱਕ ਵਾਰੀ ਜਿਹੜਾ ਸੀਗਾ ਪਤਾ ਲੱਗਦਾ ਕਿ ਬਾਈ ਕਮਾਲ ਕਰਤੀ ਆ, ਕਿ ਪੰਜਾਬੀ ਬਾਰੇ ਇੰਨੀ ਨੌਲੇਜ ਸੀਗੀ। ਇਹ ਲੋਕ ਨੌਕਰੀਆਂ ਕੀ ਕਰਨਗੇ। ਔਰ ਇਹ ਸਥਿਤੀ ਜਿਹੜੀ ਆ ਸਾਡੇ ਸਕੂਲਾਂ ਤੋਂ ਲੈ ਕੇ ਕਾਲਜਾਂ ਤੇ ਕਾਲਜਾਂ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਆ। ਦੋਸਤੋ, ਨਿੱਜੀ ਰੂਪ ਦੇ ਵਿੱਚ ਕਿਉਂਕਿ ਲੰਬੇ ਅਰਸੇ ਤੋਂ ਮੈਂ ਪੱਤਰਕਾਰੀ ਨਾਲ ਜੁੜਿਆ ਹੋਇਆ, ਲੰਬੇ ਅਰਸੇ NGO ਸੈਕਟਰ ਦੇ ਵਿੱਚ ਡਰਾਮੇ, ਸਟੇਜ, ਥੀਏਟਰ ਬਹੁਤ ਕੁਝ ਕੀਤਾ। ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਮੈਨੂੰ ਬਹੁਤ ਸਾਰੇ ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਲੈਕਚਰ ਦੇਣ ਦੇ ਵੱਖ-ਵੱਖ ਮੁੱਦਿਆਂ ਦੇ ਉੱਤੇ ਮੌਕੇ ਮਿਲੇ ਆ। ਮੈਂ ਹੈਰਾਨ ਹੁੰਦਾ ਸੀਗਾ ਕਿ ਇਹ ਜਿਹੜੀ ਨੌਜਵਾਨ ਪੀੜ੍ਹੀ ਸੀ ਜਿਨ੍ਹਾਂ ਨਾਲ ਮੇਰਾ ਰਾਬਤਾ ਰਹਿੰਦਾ ਸੀਗਾ, ਜਦੋਂ ਮੈਂ ਉਹਨਾਂ ਨਾਲ ਕੋਈ ਗੱਲਬਾਤ ਕਰਨੀ ਤੇ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਸੀ ਕਿ ਉਹ ਸੀ ਤਾਂ ਪੰਜਾਬ ਦੇ ਧੀਆਂ ਪੁੱਤ, ਪਰ ਬਹੁਤੀ ਵਾਰੀ ਉਹਨਾਂ ਨੂੰ ਪੰਜਾਬ ਦੇ ਬਾਰੇ ਪਤਾ ਹੀ ਨਹੀਂ ਸੀ ਹੁੰਦਾ ਔਰ ਕਈ ਜਿਹੜੀਆਂ ਗੱਲਾਂ ਆ ਉਹ ਪੁੱਛਦੇ ਸੀ। ਤੇ ਹੁਣ ਦੀ ਨੌਜਵਾਨ ਜਿਹੜੀ ਪੀੜ੍ਹੀ ਹੈ, ਮੈਨੂੰ ਯਾਦ ਆ ਰਿਹਾ ਕਿ ਅੱਜ ਕੱਲ੍ਹ ਪੰਜਾਬੀ ਫਿਲਮਾਂ ਵਾਲੇ ਜਿਹੜੇ ਆ ਉਹ ਕੁਛ ਨਾ ਕੁਛ ਪੁਰਾਣਾ ਪੰਜਾਬ ਵਿਖਾਉਣ ਦੀਆਂ ਕੋਸ਼ਿਸ਼ਾਂ ਕਰਦੇ ਆ, ਪੰਜਾਬ ਦੀ ਉਹ ਪੁਰਾਣੀ ਬੋਲੀ ਦੇ ਸ਼ਬਦ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦੇ ਆ, ਤੇ ਉਹ ਜਿਹੜੀ ਬੋਲੀ ਆ ਹੁਣ ਨਵੀਂ ਪੀੜ੍ਹੀ ਦੇ ਉੱਤੋਂ ਦੀ ਟੱਪ ਜਾਂਦੀ ਹੈ। ਮੈਨੂੰ ਓਮ ਪ੍ਰਕਾਸ਼ ਗਾਸੋ ਜੀ ਚੇਤੇ ਆਉਂਦੇ ਆ, ਰਾਮ ਸਰੂਪ ਅਣਖੀ ਚੇਤੇ ਆਉਂਦੇ ਆ, ਪ੍ਰੋਫੈਸਰ ਗੁਰਦਿਆਲ ਸਿੰਘ ਚੇਤੇ ਆਉਂਦੇ ਆ, ਸ਼ਿਵਚਰਨ ਜੱਗੀ ਕੁੱਸੇ ਹੁਣੀ ਚੇਤੇ ਆਉਂਦੇ। ਇਹਨਾਂ ਦੇ ਜਦੋਂ ਤੁਸੀਂ ਨਾਵਲ ਪੜ੍ਹ ਲਓ ਨਾ, ਤੇ ਇਹਨਾਂ ਦੇ ਨਾਵਲਾਂ ਦੇ ਵਿੱਚ ਜਿਹੜੀ ਜ਼ੁਬਾਨ ਹੈ ਉਹ ਠੇਠ ਪੰਜਾਬੀ ਦੀ ਜ਼ੁਬਾਨ ਹੈ। ਤੇ ਇਸ ਤੋਂ ਬਾਅਦ ਜੇ ਅਸੀਂ ਸਭ ਤੋਂ ਵੱਡੇ ਮਹਾਕਵੀਆਂ ਦੀ ਗੱਲ ਕਰ ਲਈ ਜਾਵੇ, ਬਾਬਾ ਫਰੀਦ ਜੀ ਤੋਂ ਲੈ ਕੇ ਤੇ ਮੀਆਂ ਮੁਹੰਮਦ ਬਖਸ਼ ਦੀ ਅਸੀਂ ਗੱਲ ਕਰ ਲੈਂਦੇ ਹਾਂ, ਕਾਦਰ ਯਾਰ ਦੀ ਗੱਲ ਕਰ ਲੈਂਦੇ ਹਾਂ, ਹਾਸ਼ਮ ਸ਼ਾਹ ਦੀ ਗੱਲ ਕਰ ਲੈਂਦੇ ਹਾਂ, ਉਸ ਤੋਂ ਅਗਲੇ ਕਵੀਆਂ ਦੀ ਗੱਲ ਕਰ ਲੈਂਦੇ ਹਾਂ, ਭਾਈ ਵੀਰ ਸਿੰਘ ਤੱਕ ਦੀ ਗੱਲ ਕਰ ਲੈਂਦੇ ਹਾਂ, ਅੰਮ੍ਰਿਤਾ ਪ੍ਰੀਤਮ, ਪ੍ਰੋਫੈਸਰ ਮੋਹਨ ਸਿੰਘ ਤੇ ਫਿਰ ਸ਼ਿਵ ਕੁਮਾਰ ਬਟਾਲਵੀ ਆ। ਉਹਨਾਂ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ ਕਿ ਉਹ ਜੋ ਪੰਜਾਬੀ ਲਈ ਕਰ ਗਏ ਉਹ ਬਾ ਕਮਾਲ ਕਰ ਗਏ। ਓਮ ਪ੍ਰਕਾਸ਼ ਗਾਸੋ ਜੀ ਹੁਣਾਂ ਦੇ ਨਾਲ ਇੱਕ ਵਕੂਆ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਕਿ ਉਹਨਾਂ ਨਾਲ ਇੱਕ ਵਾਰੀ ਮੇਰੀ ਗੱਲਬਾਤ ਹੋ ਰਹੀ ਸੀਗੀ ਤੇ ਉਹਨਾਂ ਨੇ ਵੀ ਇਸ ਦੇ ਉੱਤੇ ਚਿੰਤਾ ਪ੍ਰਗਟ ਕੀਤੀ ਸੀ ਕਿ ਹੁਣ ਦੀ ਨੌਜਵਾਨ ਪੀੜ੍ਹੀ ਨੂੰ ਤਾਂ ਪਤਾ ਹੀ ਨਹੀਂਗਾ। ਕਿਉਂਕਿ ਜਿਹੜਾ ਮੈਂ ਫਿਲਮਾਂ ਵਾਲੀ ਗੱਲ ਕੀਤੀ ਆ, ਫਿਲਮਾਂ ਵੇਖਦੇ ਆ ਨਾ ਕਈ ਵਾਰੀ ਸਿਨੇਮਾ ਹਾਲ ਦੇ ਵਿੱਚ, ਜਦੋਂ ਹੁਣ ਅਸੀਂ ਮਲਟੀਪਲੈਕਸ ਵਿੱਚ ਜਾਂਦੇ ਹਾਂ ਤੇ ਜਦੋਂ ਇਹ ਪੁਰਾਣੀਆਂ ਅੰਦਾਜ਼ ਦੀਆਂ ਫਿਲਮਾਂ ਜਿਹੜੀਆਂ ਉਸ ਢਰਰੇ ਦੇ ਉੱਤੇ ਬਣਾਈਆਂ ਗਈਆਂ, ਜਦੋਂ ਉਹਦੇ ਬਾਰੇ ਕੋਈ ਸਵਾਲ ਖੜਾ ਹੁੰਦਾ ਤੇ ਵਿੱਚੋਂ ਹੀ ਸਿਨੇਮਾ ਦੇ ਵਿੱਚੋਂ ਜਿਹੜੇ ਬੈਠੀ ਹੁੰਦੀ ਨਾ ਆਡੀਅנס, ਨੌਜਵਾਨ ਪੀੜ੍ਹੀ ਦੇ ਜਵਾਕ ਜਿਹੜੇ ਆ ਉਹ ਇੱਕ ਦੂਜੇ ਨੂੰ ਪੁੱਛਦੇ ਯਾਰ ਕੀ ਬੋਲ ਗਿਆ, ਆ ਕੀ ਸ਼ਬਦ ਸੀਗਾ, ਕਿਉਂਕਿ ਪਤਾ ਹੀ ਕੱਖ ਨਹੀਂ ਗਾ। ਇਸ ਕਰਕੇ ਵੀ ਸਾਡੀ ਬੋਲੀ, ਸਾਡੀ ਜ਼ੁਬਾਨ, ਸਾਡੇ ਉਹਦੇ ਸ਼ਬਦ ਜਿਹੜੇ ਆ ਉਹ ਖੁਰਦੇ ਜਾ ਰਹੇ ਆ, ਨਵੀਂ ਪੀੜ੍ਹੀ ਨੂੰ ਪਤਾ ਨਹੀਂ। ਔਰ ਵਾਕਿਆ ਹੀ ਨਵੀਂ ਪੀੜ੍ਹੀ ਦੇ ਉੱਤੋਂ ਦੀ ਲੰਘਣ ਦੇ ਕਰਕੇ ਇਹ ਜਿਹੜੀ ਬੋਲੀ ਆ ਸਾਡੀ ਖੁਰਦੀ ਜਾ ਰਹੀ ਹੈ। ਸੋ ਇਹ ਜਿਹੜੀਆਂ ਤਰਾਸਦਿਕ ਸਥਿਤੀਆਂ ਆ ਇਹ ਇੰਨੀਆਂ ਕੁ ਜ਼ਿਆਦਾ ਹੋ ਚੁੱਕੀਆਂ ਆ ਪੰਜਾਬੀ ਦੇ ਪੱਖ 'ਚ ਅਗਰ ਗੱਲ ਕਰੀ ਜਾਵੇ ਤਾਂ ਨਵੀਂ ਪੀੜ੍ਹੀ ਦਾ ਇਹ 'ਚ ਦੋਸ਼ ਨਹੀਂ, ਦੋਸ਼ ਸਰਕਾਰਾਂ ਦਾ ਆ, ਦੋਸ਼ ਮਾਪਿਆਂ ਦਾ ਆ, ਜਿਨ੍ਹਾਂ ਨੇ ਅੰਗਰੇਜ਼ੀ ਸਕੂਲਾਂ ਦੇ ਵਿੱਚ ਆਪਦੇ ਜਵਾਕਾਂ ਨੂੰ ਪੜ੍ਹਾਉਣ ਦੀ ਜਿਹੜੀ ਆ ਉਹ ਸਭ ਤੋਂ ਪਹਿਲ ਕੀਤੀ ਆ। ਉਹਨਾਂ ਨੂੰ ਐਂ ਲੱਗਿਆ ਸੀ ਕਿ ਅੰਗਰੇਜ਼ੀ ਵਾਲੇ ਸਕੂਲਾਂ 'ਚ ਪੜ੍ਹ ਕੇ ਅਸੀਂ ਜਵਾਕਾਂ ਨੂੰ ਪਤਾ ਨਹੀਂ ਕੀ ਬਣਾ ਦੇਵਾਂਗੇ। ਪਰ ਅਫਸੋਸ ਹੈ, ਗੱਲ ਤਾਂ ਅਖੀਰ 'ਤੇ ਜਦੋਂ ਸਰਕਾਰੀ ਨੌਕਰੀਆਂ ਲੈਣ ਦੀ ਆਉਣੀ ਆ, ਬੋਲੀ ਤਾਂ ਤੁਹਾਡੀ ਹੀ ਕੰਮ ਆਉਣੀ ਆ, ਉਹਦੇ ਵਿੱਚ ਪੁੱਛਿਆ ਤਾਂ ਤੁਹਾਡੀ ਬੋਲੀ ਬਾਰੇ ਹੀ ਜਾਣਾ ਆ। ਇਹ ਤਾਂ ਕਦੇ ਸੋਚਿਆ ਹੀ ਨਹੀਂ ਇਹਨਾਂ ਨੇ। ਤੇ ਹੁਣ ਜਦੋਂ ਆਹ ਚੀਜ਼ਾਂ ਸਾਹਮਣੇ ਆ ਰਹੀਆਂ ਤੇ ਹੁਣ ਭੁਗਤੋ ਫਿਰ ਖਮਿਆਜ਼ਾ। ਗੱਲ ਤਾਂ ਇਹ ਆ, ਜੇ ਤੁਸੀਂ ਆਪਦੀ ਮਾਂ ਬੋਲੀ ਨੂੰ ਤਲਾਂਜਲੀ ਦਿੱਤੀ ਆ ਤੇ ਫਿਰ ਅੱਜ ਉਸੇ ਦਾ ਖਮਿਆਜ਼ਾ ਜਿਹੜਾ ਤੁਹਾਨੂੰ ਭੁਗਤਣਾ ਪੈ ਰਿਹਾ। ਤਾਂ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ
ਰਵੀ ਰਵਿੰਦਰ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਦੇ ਪੰਜਾਬੀ 'ਚੋਂ ਫੇਲ ਹੋਣ ਲਈ ਸਿੱਖਿਆ ਦੀ ਬੁਨਿਆਦ ਜ਼ਿੰਮੇਵਾਰ ਹੈ। ਕੋਈ ਸ਼ੱਕ ਨਹੀਂ, ਜਿਹੜੀ ਮੈਂ ਗੱਲ ਕਰ ਰਿਹਾ, ਪ੍ਰਾਇਮਰੀ ਪੱਧਰ ਤੇ ਪੰਜਾਬੀ ਭਾਸ਼ਾ ਨਾ ਠੀਕ ਤਰੀਕੇ ਨਾਲ ਸਿਖਾਈ ਜਾ ਰਹੀ ਹੈ, ਨਾ ਹੀ ਵਿਦਿਆਰਥੀਆਂ ਨੂੰ ਪੰਜਾਬੀ ਸਿੱਖਣ ਤੇ ਲਿਖਣ ਦਾ ਯਤਨ ਕਰਦੇ ਨੇ ਤੇ ਉਚੇਰੀ ਸਿੱਖਿਆ ਹਾਸਲ ਕਰਨ ਵਾਲੇ ਬਹੁਤੇ ਵਿਦਿਆਰਥੀ ਸ਼ੁੱਧ ਪੰਜਾਬੀ ਲਿਖਣ ਤੋਂ ਕੋਰੇ ਹੁੰਦੇ ਨੇ। ਔਰ ਇੱਥੋਂ ਤੱਕ ਕਿ ਹੁਣ ਅੱਜ ਕੱਲ੍ਹ ਜੇ ਦੇਖਿਆ ਜਾਵੇ, ਇਹ ਪੜ੍ਹੇ ਲਿਖਿਆਂ ਦੀ ਇਹ ਪੀੜ੍ਹੀ ਦਾ ਹਾਲ ਤੁਸੀਂ ਸੋਸ਼ਲ ਮੀਡੀਆ ਉੱਤੇ ਵੀ ਦੇਖ ਸਕਦੇ ਹੋ, ਤੁਸੀਂ ਵੱਖ-ਵੱਖ ਚੱਲਦੇ ਚੈਨਲ ਵੀ ਦੇਖ ਸਕਦੇ ਹੋ ਜਿਨ੍ਹਾਂ ਦੇ ਵਿੱਚ ਇੰਨੀਆਂ ਕੁ ਪੰਜਾਬੀ ਦੀਆਂ ਗਲਤੀਆਂ ਹੁੰਦੀਆਂ ਆ ਕਿ ਹੈਰਾਨ ਰਹਿ ਜਾਈਦਾ ਕਿ ਇਹ ਪੱਤਰਕਾਰੀ ਕਰ ਰਹੇ ਆ। ਔਰ ਬਹੁਤੇ ਪੱਤਰਕਾਰਾਂ ਦੀ ਜਿਹੜੀ ਇਹ ਜ਼ਬਾਨ ਜਾਂ ਰਿਟਨ ਦੇ ਵਿੱਚ ਜਦੋਂ ਆਉਂਦਾ ਨਾ, ਉਹ ਪੜ੍ਹ ਕੇ ਹੈਰਾਨ ਰਹਿ ਜਾਈਦਾ ਕਿ ਇਹਨਾਂ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ। ਦੱਸੋ ਕੀ ਤੁਸੀਂ ਇਹਨਾਂ ਨੂੰ ਕਹੋਗੇ? ਤੇ ਜਿਹੜੀ ਜ਼ਬਾਨ ਅੱਜ ਕੱਲ੍ਹ ਪੱਤਰਕਾਰਤਾ ਵਿੱਚ ਵੀ ਵਰਤੀ ਜਾਂਦੀ ਹੈ, ਉਹਦੇ ਵਿੱਚ ਵੀ ਬਹੁਤੇ ਬੇਲੋੜੇ ਸ਼ਬਦ ਆ। ਅਸੀਂ ਤਾਂ ਹਜੇ ਮਹਿਲਾ ਹੀ ਨਹੀਂ ਛੱਡਿਆ ਗਾ। ਔਰਤ, ਜਨਾਨੀ, ਤੀਵੀਂ, ਤਰੀਮ ਤਾਂ ਸਾਡੇ ਕੋਲ ਇੰਨੇ ਸੋਹਣੇ ਸ਼ਬਦ ਆ, ਪਰ ਸਾਡੀ ਸਾਰੀ ਪੱਤਰਕਾਰੀ ਦਾ ਵੀ ਇਸ ਮਾਮਲੇ ਦੇ ਵਿੱਚ ਖਾਨਾ ਜਿਹੜਾ ਆ ਉਹ ਖਾਲੀ ਰਿਹਾ ਹੈ ਕਿ ਉਹ ਮਹਿਲਾ ਸ਼ਬਦ ਦੇ ਉੱਤੇ ਹੀ ਅੜੇ ਹੋਏ ਆ। ਹੁਣ ਇਸ ਕਰਕੇ ਜਿੰਨੇ ਸੋਹਣੇ ਲਫ਼ਜ਼ ਆ ਸੀ ਉਸ 'ਤੇ ਆਉਂਦੇ ਹੀ ਨਹੀਂਗੇ। ਕਰੀਏ ਕੀ ਹੁਣ? ਅਸੀਂ ਮਰਦ ਔਰਤ ਕਿੰਨਾ ਸੋਹਣਾ ਲਫ਼ਜ਼ ਆ, ਜਦੋਂ ਪਤਾ ਕਿ ਮਰਦ ਦਾ ਜਿਹੜਾ ਉਲਟਾ ਹੈ ਉਹ ਔਰਤ ਆ, ਤੇ ਫਿਰ ਉੱਥੇ ਇਸਤਰੀ ਵੀ ਲੱਗ ਸਕਦਾ ਆ। ਉੱਥੇ ਮਹਿਲਾ ਸ਼ਬਦ ਕਿਉਂ? ਉਹੀ ਹਿੰਦੀ 'ਚ ਉਹੀ ਪੰਜਾਬੀ 'ਚ ਸਾਨੂੰ ਕੁਛ ਪਤਾ ਨਹੀਂ ਲੱਗਦਾ। ਤੇ ਇਸੇ ਤਰ੍ਹਾਂ ਬਹੁਤ ਸਾਰੇ ਲਫ਼ਜ਼ ਜਿਹੜੇ ਆ ਜਿਸ ਕਰਕੇ ਪੰਜਾਬੀ ਦਾ ਮੂੰਹ ਮਹਾਂਦਰਾ ਵਿਗੜ ਰਿਹਾ। ਪਰ ਆਹ ਜਿਹੜੀ ਸਥਿਤੀ ਸਾਹਮਣੇ ਆਈ ਆ, ਇਹ ਵਾਕਿਆ ਹੀ ਚਿੰਤਾ ਦਾ ਵਿਸ਼ਾ ਹੈ। ਇਸ ਦੇ ਬਾਰੇ ਪੰਜਾਬੀਆਂ ਨੂੰ ਵੀ ਸੋਚਣਾ ਪਊ ਤੇ ਪੰਜਾਬ ਸਰਕਾਰ ਨੂੰ ਵੀ ਸੋਚਣਾ ਪਊਗਾ। ਦੋਸਤੋ, ਸਾਡੇ ਚੈਨਲ ਦਾ ਮਕਸਦ ਇਹ ਹੁੰਦਾ ਹੈ ਕਿ ਕੁਝ ਸਮਾਜਿਕ ਸਰੋਕਾਰ ਜਾਂ ਜਿਹੜੀਆਂ ਕੋਈ ਸਮੱਸਿਆਵਾਂ ਆਉਂਦੀਆਂ ਆ ਉਹਨਾਂ ਦੇ ਪ੍ਰਤੀ ਤੁਹਾਨੂੰ ਜਾਣੂ ਕਰਵਾਇਆ ਜਾਵੇ ਤਾਂ ਕਿ ਤੁਸੀਂ ਜਾਗਰੂਕ ਰਹਿ ਸਕੋ। ਤੁਸੀਂ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਜ਼ਰੂਰ ਦਿਆ ਕਰੋ। ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਕਿਉਂਕਿ ਇਹ ਚੈਨਲ ਤੁਹਾਡੇ ਲਈ ਮਨੋਰੰਜਨ ਦੇ ਵੱਖ-ਵੱਖ ਜਿਹੜੇ ਆ ਉਹ ਪ੍ਰੋਗਰਾਮ ਲੈ ਕੇ ਆਇਆ ਹੋਇਆ, ਜਿਸ ਦੇ ਵਿੱਚ ਸਮਾਜਿਕ ਵਿਸ਼ਿਆਂ ਉੱਤੇ ਵੀ ਸਾਡੇ ਪ੍ਰੋਗਰਾਮ ਹੁੰਦੇ ਨੇ, ਪਰ ਜ਼ਿਆਦਾ ਜਿਹੜੇ ਆ ਉਹ ਮਨੋਰੰਜਨ ਦੇ ਉੱਪਰ ਹੀ ਸਾਡਾ ਚੈਨਲ ਆ। ਤੁਸੀਂ ਵੱਧ ਤੋਂ ਵੱਧ ਆਪਣਾ ਸਹਿਯੋਗ ਸਾਡੇ ਚੈਨਲ ਨੂੰ ਦਿਓ। ਇੱਥੇ ਹੀ ਸਮਾਪਤੀ ਕਰਦੇ ਹਾਂ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, 1V TV।